ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲਹੁ ਨਾ ਹਮ ਗਿਰਤੇ, ਰਖ ਲੀਨੀ ਅਰ ਮੇਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ੜਾੜੈ ਰੂੜਾ ਹਰਿ ਜੀਉ ਸੋਈ, ਤਿਸ ਬਿਨ ਰਾਜਾ ਅਵਰ ਨ ਕੋਈ। ੜਾੜੈ ਰੂੜਾ ਹਰਿ ਜੀਉ ਸੋਈ, ਤਿਸ ਬਿਨ ਰਾਜਾ ਅਵਰ ਨ ਕੋਈ। ੜਾੜੈ ਗਾਰੁੜ ਤੁਮ ਸੁਣੋ, ਹਰਿ ਵਸੈ ਮਨ ਮਾਹੀ। ਗੁਰ ਪ੍ਰਸਾਦੀ ਹਰਿ ਪਾਈਐ, ਮਤ ਕੋ ਪਰਮ ਭੁਲਾਹੀ। ਸੋ ਸਾਹੂ ਸਾਚਾ, ਜਿਸ ਹਰਿ ਤਨ ਰਾਸ। ਗੁਰਮੁਖ ਪੂਰਾ ਤਿਸ ਸਾਬਾਸ। ਰੂੜੀ ਬਾਣੀ ਹਰਿ ਪਾਇਆ, ਗੁਰ ਸ਼ਬਦੀ ਵਿਚਾਰ। ਆਪ ਗਿਆ ਦੁਖ ਕਟਿਆ, ਹਰਿ ਵਰ ਪਾਇਆ ਨਾਰ। ਰੂੜੀ ਬਾਣੀ ਹਰਿ ਪਾਇਆ, ਗੁਰ ਸ਼ਬਦੀ ਵਿਚਾਰ। ਆਪ ਗਿਆ ਦੁਖ ਕਟਿਆ, ਹਰਿ ਵਰ ਪਾਇਆ ਨਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਾਵਨ ਪਵਿੱਤਰ ਮੁਕੱਦਸ ਦੀਵਾਨ ਸੰਧਿਆ ਵੇਲੇ ਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋ ਨਿਰੰਤਰ ਪ੍ਰਵਾਹ ਚੱਲ ਰਹੇ ਹਨ ਪਾਵਨ ਪਵਿੱਤਰ ਬਾਣੀ ਦੇ, ਸੋਦਰ ਰਹਿ ਰਾਸ ਹੈ ਪਾਵਨ ਪਵਿੱਤਰ ਬਾਣੀ ਦੇ ਪਾਠ। ਪਾਵਨ ਪਵਿੱਤਰ ਮੁਬਾਰਕ ਕਥਾ ਵਾਰਤਾ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਜਾਂ ਫਿਰ ਸੁਣ ਸਾਖੀ ਮਨ ਜਪ ਪਿਆਰ। ਇਤਿਹਾਸਕ ਪਾਵਨ ਪਵਿੱਤਰ ਮੁਬਾਰਕ ਬਚਨਾਂ ਨੂੰ ਸਰਵਣ ਕਰਕੇ ਸਾਹਿਬ ਜੀ ਦੇ ਘਰ ਦੀ ਸਾਖੀ ਸਰਵਣ ਕਰਕੇ ਸੁਣ ਸਾਖੀ ਜਪ ਮਨ ਪਿਆਰ, ਮਨ ਦੇ ਅੰਦਰ ਸਾਹਿਬ ਦੇ ਘਰ ਲਈ ਪਿਆਰ ਉਤਪੰਨ ਹੋਣਾ ਉੱਤਮ ਕਰਮ ਹੈ। ਤਥਾ ਸ੍ਰੇਸ਼ਟ ਰਸਤੇ ਦੇ ਸ੍ਰੇਸ਼ਟ ਮਤ ਦੇ ਧਾਰਨੀ ਹੋ ਜਾਣਾ ਧਰਮ ਦੇ ਜਰੀਏ। ਧਰਮ ਦੇ ਜਰੀਏ ਸ੍ਰੇਸ਼ਟ ਮਤ ਦੇ ਧਾਰਨੀ ਹੋ ਜਾਣਾ। ਕਈ ਵਾਰ ਧਰਮੀ ਬੰਦਾ ਕੋਈ ਇੱਕ ਐਸਾ ਆਦਮੀ ਹੋਵੇ, ਕਿਸੇ ਵੀ ਮਤ ਵਿੱਚ ਹੋਵੇ, ਕੇਵਲ ਸਿੱਖ ਮਤ ਜਾਂ ਹੋਰ ਕਿਸੇ ਇੱਕ ਖਾਸ ਦਾ ਦਾਸ ਨਾਂ ਨਹੀਂ ਲੈ ਰਿਹਾ, ਕੋਈ ਵੀ ਹੋਵੇ,
ਤੇ ਕੋਈ ਐਸਾ ਕਰਮ ਕਰ ਦਵੇ ਧਰਮ ਤੋਂ ਡਿੱਗਿਆ ਹੋਇਆ, ਇਖਲਾਕ ਤੋਂ ਡਿੱਗਿਆ ਹੋਇਆ, ਤੇ ਕਈ ਵਾਰ ਆਪਾਂ ਸੁਣਦੇ ਹਾਂ, ਅਕਸਰ ਹੀ ਕਹਿੰਦੇ ਜੀ ਧਰਮ ਦੀ ਤਾਂ ਲੋੜ ਦੁਨੀਆ ਤੇ ਹੈ ਹੀ ਨਹੀਂ, ਧਰਮ ਕਰਕੇ ਹੀ ਤਾਂ ਸਾਰੇ ਦੰਗੇ ਫਸਾਦ ਹਨ। ਕਈ ਵਾਰ ਆਪ ਜੀਆਂ ਦਾ ਵੀ ਇਹ ਅਨੁਭਵ ਹੋਵੇਗਾ, ਆਪ ਜੀਆਂ ਨੇ ਵੇਖਿਆ ਹੋਵੇਗਾ ਸੋਸ਼ਲ ਸਾਈਟਸ 'ਤੇ, ਜਾਂ ਕਈ ਵਾਰ ਵੈਸੇ ਵੀ ਜਦੋਂ ਕੋਈ ਡਿਬੇਟ ਹੁੰਦੀ ਹੋਵੇ, ਖਾਸ ਤੌਰ 'ਤੇ ਧਰਮ ਦੇ ਮੈਟਰ 'ਤੇ, ਧਰਮ ਦੇ ਵਿਸ਼ੇ 'ਤੇ, ਧਰਮ ਦੇ ਸਬਜੈਕਟ 'ਤੇ, ਬਈ ਇਉਂ ਹੈ ਬਈ ਧਰਮ ਦੀ ਜਿਵੇਂ ਹੁਣ ਬਾਕੀ ਲੋੜ ਨਾ ਰਹਿ ਗਈ ਹੋਵੇ। ਮਨੁੱਖ ਆਪਣਾ ਕੰਮ ਕਰੇ, ਆਪਣੀ ਜੌਬ ਤੱਕ ਸੀਮਤ ਰਵੇ, ਵੀ ਇਹ ਧਰਮ ਦਾ ਜੋ ਮੈਟਰ ਹੈ ਇਹ ਨਹੀਂ ਹੋਣਾ ਚਾਹੀਦਾ। ਕਈ ਵਾਰੀ ਇਸ ਸੰਬੰਧ ਦੇ ਅੰਦਰ ਰਮਤਾ ਤੋਂ ਇੱਕ ਉਦਾਹਰਣ ਦੇ ਕੇ ਫਿਰ ਅੱਜ ਦੇ ਪਾਵਨ ਪ੍ਰਕਰਨ ਵੱਲ ਆਵਾਂਗੇ। ਧਰਮ ਨੂੰ ਮਹਾਰਾਜ ਗੁਰਦੇਵ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਨੇ ਪਰਿਭਾਸ਼ਿਤ ਕੀਤਾ ਕਿ ਹੇ ਸੱਜਣ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦੇ ਨਾਮ ਸਿਮਰ। ਜਿਹੜੇ ਉੱਤਮ ਕਰਮ ਨੇ, ਨਿਰਮਲ ਕਰਮ ਨੇ, ਉਹਨਾਂ ਦਾ ਧਾਰਨੀ ਹੋ। ਉੱਤਮ ਕਰਮ, ਨਿਰਮਲ ਕਰਮ ਦਾ ਧਾਰਨੀ ਹੋ। ਭਾਈ ਵੀਰ ਸਿੰਘ ਜੀ ਦੀ ਉਹ ਆਪਾਂ ਇੱਕ ਕਵਿਤਾ ਕਹਿ ਕੇ ਰਮਤਾ ਕਰਾਂਗੇ। ਭਾਈ ਵੀਰ ਸਿੰਘ ਲਿਖਦੇ ਨੇ, ਕਹਿੰਦੇ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਅਤੇ ਸਵਾਦੀ ਰਸ ਪਸ ਭਰ ਭਰ ਕੁਦਰਤ ਆਪ ਚੁਆਏ। ਮਨੁੱਖ ਦੇ ਆਲੇ ਦੁਆਲੇ, ਮਨੁੱਖ ਦੇ ਚਿਗਿਰਦੇ ਮਨੁੱਖ ਥਕਾਵਟ ਮਹਿਸੂਸ ਕਰੇ ਕੰਮ ਤੋਂ ਉਪਰੰਤ, ਜਾਂ ਉਹਦੀ ਕੁਦਰਤ ਨੇ ਉਹਨੂੰ ਦਾਤ ਦਿੱਤੀ ਹੈ ਇਹ ਜੋ ਆਪਣੇ ਫਲ ਫਰੂਟ ਨੇ, ਉਹਨਾਂ ਵਿੱਚੋਂ ਅੰਗੂਰ। ਭਾਈ ਵੀਰ ਸਿੰਘ ਜੀ ਨੇ ਇਹਦੀ ਉਦਾਹਰਨ ਲਈ ਕਿ ਉਸ ਪਰਿਪੂਰਨ ਪਰਮਾਤਮਾ ਨੇ ਇਹਨੂੰ, ਮਨੁੱਖ ਨੂੰ, ਇਹਦੀ ਪਰਵਰਿਸ਼ ਵਾਸਤੇ ਜਾਂ ਇਹਦੀ ਖਾਣ ਵਾਸਤੇ ਕੁਦਰਤ ਨੇ ਇਹਨੂੰ ਅੰਗੂਰ ਦਿੱਤੇ। ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ। ਕਿ ਜਦੋਂ ਵੀ ਕੋਈ ਤੈਨੂੰ ਭੁੱਖ ਜਾਂ ਥਕਾਵਟ ਇਤਿਆਦਿਕ ਹੋਵੇ, ਤੂੰ ਉਹਨਾਂ ਦਾ ਸੇਵਨ ਕਰੇ। ਪਰ ਹੁਣ ਮਨੁੱਖ ਨੇ ਕੀ ਕੀਤਾ, ਉਹਨਾਂ ਅੰਗੂਰਾਂ ਨੂੰ ਤੋੜ ਕੇ, ਉਹਨਾਂ ਨੂੰ ਤਰਕਾ ਕੇ, ਉਹਨਾਂ ਨੂੰ ਮੱਟ ਵਿੱਚ ਪਾ ਲਿਆ। ਇਹ ਮਨੁੱਖ ਨੇ ਪਾਇਆ ਨਾ, ਉਹਨਾਂ ਨੂੰ ਤੋੜਿਆ, ਉਹਨਾਂ ਨੂੰ ਮੱਟ ਵਿੱਚ ਪਾਇਆ, ਤੇ ਇੱਕ ਖਾਸ ਢੰਗ ਦੇ ਨਾਲ ਉਹਦੇ ਵਿੱਚੋਂ ਦਾਰੂ ਨਸ਼ਾ ਕੱਢ ਲਿਆ, ਸ਼ਰਾਬ ਕੱਢ ਲਈ। ਤਥਾ ਫਿਰ ਉਹਦਾ ਸੇਵਨ ਜਦੋਂ ਕੀਤਾ, ਉਹਦਾ ਸੇਵਨ ਕਰਕੇ ਮੱਤ ਬਾਵਰੀ ਹੋਈ, ਉੱਚਾ ਉੱਚਾ ਬੋਲਣ ਲੱਗਾ, ਜਾਂ ਫਿਰ ਕਈ ਵਾਰ ਐਸੇ ਕਰਮ ਧਰਮ ਐਸਾ ਉਹ ਡਿੱਗ ਵੀ ਪਿਆ, ਜਾਂ ਨੁਕਸਾਨ ਕੀਤਾ, ਸੜਕ 'ਤੇ ਤੁਰਿਆ, ਡਰਾਈਵ ਕੀਤਾ, ਐਕਸੀਡੈਂਟ, ਆਪ ਨੁਕਸਾਨ ਹੋਇਆ, ਦੂਜੇ ਦਾ ਨੁਕਸਾਨ ਕੀਤਾ, ਜਾਂ ਐਸਾ ਸਮਾਜ ਦੇ ਅੰਦਰ ਘਿਨਾਉਣਾ ਕੰਮ ਕਰ ਦਿੱਤਾ, ਬਾ ਉਮਰ ਤਾ ਉਮਰ ਲਈ ਜੇਲ੍ਹ ਚਲਾ ਗਿਆ। ਕਾਹਦੇ ਨਾਲ? ਹੁਣ ਦਾਰੂ ਨਾਲ ਮੱਤ ਬੌਰੀ ਹੋ ਗਈ, ਪੀ ਲਈ। ਤੇ ਜਦੋਂ ਉਹਨੂੰ ਕੋਈ ਖਲੋ ਕੇ ਬੰਦਾ ਪੁੱਛੇ ਵੀ ਹਾਂ ਸੱਜਣਾ ਤੇਰਾ ਕਸੂਰ ਹੈ, ਉਹ ਕਵੇ ਨਾ ਜੀ ਕਸੂਰ ਮੇਰਾ ਨਹੀਂ, ਕਸੂਰ ਤਾਂ ਦਾਰੂ ਦਾ ਸੀ, ਅੰਗੂਰਾਂ ਦਾ ਕਸੂਰ, ਮੇਰਾ ਕੀ ਕਸੂਰ। ਜੇ ਉਹ ਬੰਦਾ ਉਹ ਖਲੋ ਕੇ ਹੁਣ ਜਾਂ ਉਸ ਥਾਂ 'ਤੇ ਕੋਈ ਪੁੱਛੇ, ਜਾਂ ਉਹਨੂੰ ਕੋਈ ਜਦੋਂ ਜੱਜ, ਕੋਈ ਵਕੀਲ ਪੁੱਛੇ ਵੀ ਹਾਂ ਕਸੂਰ ਤੇਰਾ ਹੈ ਇਸ ਗੱਲ ਦੇ ਅੰਦਰ, ਤੇਰੇ ਕਰਕੇ ਤੂੰ ਇੰਨਾ ਆਪਣਾ ਨੁਕਸਾਨ ਕੀਤਾ, ਸਾਹਮਣੇ ਆਉਣ ਵਾਲੀ ਗੱਡੀ ਦੇ ਵਿੱਚ ਤੂੰ ਮਾਰ ਕੇ ਉਹਦਾ ਨੁਕਸਾਨ ਕੀਤਾ, ਉਹਨਾਂ ਨੂੰ ਤੂੰ ਬੱਚਿਆਂ ਨੂੰ ਯਤੀਮ ਕੀਤਾ, ਉਹ ਹੱਥ ਜੋੜ ਕੇ ਕਵੇ ਨਹੀਂ ਨਹੀਂ ਕਸੂਰ ਮੇਰਾ ਨਹੀਂ। ਉਹ ਪੁੱਛਣ ਕਸੂਰ ਕਿਹਦਾ? ਕਸੂਰ ਕਵੇਗਾ ਅੰਗੂਰਾਂ ਦਾ ਹੈ।
ਕਸੂਰ ਮੇਰਾ ਨਹੀਂ, ਕਸੂਰ ਅੰਗੂਰਾਂ ਦਾ। ਭਾਈ ਵੀਰ ਸਿੰਘ ਜੀਆਂ ਨੇ ਇਸ ਗੱਲ ਨੂੰ ਲਿਖਿਆ, ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਅਤੇ ਸਵਾਦੀ ਰਸ ਭਰ ਭਰ ਕੁਦਰਤ ਆਪ ਚਵਾਏ, ਤੂੰ ਉਹ ਤੋੜ ਮੱਟ ਵਿੱਚ ਪਾਏ, ਤੂੰ ਉਹ ਤੋੜ ਮੱਟ ਵਿੱਚ ਪਾਏ, ਆਪ ਅੰਤਰ ਕਾਏ, ਦੁੱਖ ਦੇਵੇ ਦਾਰੂ ਉਸ ਵਿੱਚੋਂ। ਤੇ ਹੁਣ ਕੋਈ ਸੱਜਣ ਜਾਂ ਕੋਈ ਵੀ ਬੰਦਾ ਜਿਸ ਵਿਚਾਰ ਨੂੰ ਸਮਝ ਕੇ ਸੁਣ ਕੇ ਕਵੇ ਵੀ ਐਂ ਕਰੋ, ਆ ਜਿੰਨੇ ਬਾਗ ਨੇ ਅੰਗੂਰਾਂ ਦੇ ਇਹਨਾਂ ਨੂੰ ਖਤਮ ਕਰ ਦਿਓ ਵੀ ਇਹਦੇ ਵਿੱਚੋਂ ਤਾਂ ਨਸ਼ਾ ਨਿਕਲਦਾ ਹੈ। ਨਹੀਂ ਨਾ, ਕਦੇ ਕਿਸੇ ਨੇ ਇਹ ਖਿਆਲਾਤ ਤਾਂ ਨਹੀਂ ਨਾ ਪੈਦਾ ਕੀਤਾ ਬਈ ਹਾਂ ਜੜ ਤੋਂ ਉਹਨਾਂ ਅੰਗੂਰਾਂ ਦਿਆਂ ਬਾਗਾਂ ਨੂੰ ਪੁੱਟ ਕੇ ਰੱਖ ਦਿਓ। ਪਰੰਤੂ ਧਰਮ ਦੇ ਮਾਮਲੇ ਵਿੱਚ ਮਨੁੱਖ ਝਟ ਕਹਿ ਦਿੰਦਾ ਹੈ ਧਰਮ ਦੀ ਲੋੜ ਕੋਈ ਨਹੀਂ। ਹੁਣ ਧਰਮ ਦੇ ਮਾਮਲੇ ਵਿੱਚ ਇੱਦਾਂ ਬੜੀ ਛੇਤੀ ਕਈ ਵਾਰੀ ਵੀ ਹੁਣ ਧਰਮ ਦੀ ਲੋੜ ਇਹਦੇ ਵਿੱਚੋਂ ਕੋਈ ਨਹੀਂ। ਹਾਂ, ਇਸ ਗੱਲ ਤੋਂ ਮੁਨਕਰ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਜਿਸ ਵਕਤ ਉਦਾਸੀਆਂ ਤੇ ਗਏ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਡਤ ਨੂੰ ਮਿਲਦੇ ਨੇ ਜਿਹਨੇ ਧਰਮ ਨੂੰ ਤਰਕਾ ਰਿਹਾ ਹੈ, ਜਿਹੜਾ ਧਰਮ ਨੂੰ ਆਪਣੀ ਲੋੜ ਅਨੁਸਾਰ ਜਿਹੜਾ ਢਾਲ ਰਿਹਾ ਹੈ। ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਸੁਣ ਪੰਡਤ ਕਰਮਾਕਾਰੀ, ਪੰਡਤ ਜੀ ਆ ਕੰਮ ਨਹੀਂ। ਸੋ ਪੰਡਿਤ ਜੋ ਮਨ ਪ੍ਰਬੋਧੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਡਤ ਜੀ, ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਾ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋਨ ਨਾ ਆਵੈ। ਗੁਰਦੇਵ ਜੀਆਂ ਨੇ ਫਿਰ ਪੰਡਤ ਨੂੰ ਵੀ ਪੰਡਤ ਦੀ ਪਰਿਭਾਸ਼ਾ ਦਿੱਤੀ, ਪੰਡਤ ਜੀ ਨੂੰ ਵੀ ਦੱਸਿਆ ਪੰਡਤ ਜੀ ਆਹ ਕੰਮ ਨਹੀਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੁਸਲਮਾਨ ਵੀਰ ਨੂੰ ਮਿਲਦੇ ਨੇ, ਉੱਥੇ ਵੀ ਮਹਾਰਾਜ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਇਹੋ ਨੁਕਤਾ ਬਿਆਨ ਕੀਤਾ, ਸੁਪਨਾ ਬਿੰਦ ਨਾ ਦੇਈ ਚਰਨਾ, ਤਿਸ ਕਾਜੀ ਕੋ ਜਰਾ ਨਾ ਮਰਨਾ। ਮੁਸਲਮਾਨ ਮੋਮ ਦਿਲ ਹੋਵੈ, ਅੰਤਰ ਕੀ ਮਲ ਦਿਲ ਤੇ ਧੋਵੈ, ਦੁਨੀਆ ਰੰਗ ਨਾ ਆਵੈ ਨੇੜੇ। ਮੁਸਲਮਾਨ ਕੈਸਾ ਹੋਵੇ, ਪੰਜ ਨਵਾਜ਼ਾਂ ਵਕਤ ਪੰਜ, ਪੰਜੇ ਪੰਜਾ ਨਾਉ। ਮੁਸਲਮਾਨ ਵੀਰ ਨੇ ਜੇ ਨਮਾਜ਼ ਅਦਾ ਕੀਤੀ, ਗੁਰਦੇਵ ਜੀ ਕਹਿੰਦੇ ਕਿਹੜੀਆਂ ਕਿਹੜੀਆਂ ਨਮਾਜ਼ਾਂ ਪੜ੍ਹ। ਜੇ ਮੁਸਲਮਾਨ ਵੀਰ ਤੂੰ ਨਮਾਜ਼ ਪੜ੍ਹ ਰਿਹਾ ਹੈ, ਪੜ੍ਹ ਬਾਕਮਾਲ ਪੜ੍ਹ। ਗੁਰਦੇਵ ਜੀ ਨੇ ਨੂੰ ਹਟਾਇਆ ਨਹੀਂ, ਕਿਤੇ ਹਟਾਇਆ ਹੋਵੇ ਮਹਾਰਾਜ ਗੁਰਦੇਵ ਜੀ ਨੇ ਵੀ ਤੁਸੀਂ ਨਮਾਜ਼ ਪੜ੍ਹਨੀ ਛੱਡ ਦਿਓ। ਗੁਰਦੇਵ ਮਹਾਰਾਜ ਜੀ ਨੇ ਨਹੀਂ ਕਿਹਾ ਵੀ ਤੁਸੀਂ ਨਮਾਜ਼ ਪੜ੍ਹਨੀ ਛੱਡ ਦਿਓ। ਮਹਾਰਾਜ ਕਹਿੰਦੇ ਨਮਾਜ਼ ਪੜ੍ਹਨੀ ਠੀਕ ਢੰਗ ਨਾਲ ਪੜ੍ਹੋ। ਪੰਡਤ ਜੀ ਪੂਜਾ ਵੀ ਤੁਸੀਂ ਠੀਕ ਢੰਗ ਨਾਲ ਕਰੋ। ਆਪਣੀ ਲੋੜ ਅਨੁਸਾਰ ਧਰਮ ਦੀ ਗਲਤ ਵਿਆਖਿਆ ਨਾ ਕਰੋ। ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਤਾਰੂ ਮਨੁੱਖ ਨੇ ਆਪ ਉਹਦੇ ਵਿੱਚੋਂ ਅੰਗੂਰਾਂ ਵਿੱਚੋਂ ਚੁਵਾਈ ਹੈ, ਧਰਮ ਨੂੰ ਆਪ ਉਹਨੇ ਗਲਤ ਪਾਸੇ ਨੂੰ ਕੀਤਾ। ਕਦੇ ਫਿਰ ਕਿਸੇ ਨੇ ਗੁਣਵਾਨ ਵਿਦਵਾਨ ਸੱਜਣਾਂ ਨੇ ਇਹ ਨਹੀਂ ਕਹਿ ਦਿੱਤਾ ਵੀ ਇਹਨੂੰ ਹੁਣ ਆਪਾਂ ਅੰਗੂਰਾਂ ਨੂੰ ਹੁਣ ਬੜਾ ਬਾਗ ਬਗੀਚੇ ਪੁੱਟ ਦਿਓ, ਖਤਮ ਕਰ ਦਿਓ ਕਾਰੋਬਾਰ, ਵੀ ਇਹ ਤੋਂ ਬਹੁਤ ਨੁਕਸਾਨ ਹੈ। ਨਹੀਂ। ਤੇ ਭਾਈ ਧਰਮ ਦੇ ਮਾਮਲੇ ਵਿੱਚ ਮਨੁੱਖ ਦਾ ਐਸਾ ਖਿਆਲਾਤ ਕਿਉਂ ਹੈ ਵੀ ਧਰਮ ਦੀ ਲੋੜ ਕੋਈ ਨਹੀਂ। ਧਰਮ ਦੇ ਵਿੱਚੋਂ ਦੰਗੇ ਫਸਾਦ ਉਪਜਦੇ ਨੇ। ਉਹ ਕਹਿੰਦਾ ਮੇਰਾ ਧਰਮ ਠੀਕ ਆ, ਦੂਸਰਾ ਕਹਿੰਦਾ ਮੇਰਾ ਧਰਮ ਠੀਕ ਆ, ਤੀਸਰਾ ਕਹਿੰਦਾ ਤੁਸੀਂ ਸਾਰੇ ਗਲਤ ਹੋ। ਕਿਤੇ ਨਾ ਕਿਤੇ ਵਿਆਖਿਆਕਾਰੀ ਜਾਂ ਫਿਰ ਉਹਨੂੰ ਸੰਕੀਰਣਤਾ ਵਾਲੇ ਪਾਸੇ ਜਿਸ ਢੰਗ ਨਾਲ ਲੈ ਕੇ ਆਏ ਹਨ। ਗੁਰਦੇਵ ਮਹਾਰਾਜ ਕਹਿੰਦੇ ਮੁਸਲਮਾਨ ਦੇ ਬਾਬਤ ਪੰਜ ਨਵਾਜ਼ਾਂ ਵਕਤ ਪੰਜ, ਪੰਜੇ ਪੰਜਾਂ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਨਾਨਕ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ। ਮੁਸਲਮਾਨ ਇਹ ਹੈ ਹੱਕ ਹਲਾਲ ਦੀ ਨਮਾਜ਼ ਪੜ੍ਹ, ਹਲਾਲ ਦੀ ਨਮਾਜ਼ ਪੜ੍ਹ। ਤੇਰੀ ਕਿਰਤ ਸੁੱਚੀ ਹੋਣੀ ਚਾਹੀਦੀ ਹੈ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਵੇਲੇ ਇਹ ਨੁਕਤਾ ਕਹਿ ਕੇ ਸ਼ਬਦ ਦੀ ਵਿਚਾਰ ਵੱਲ ਆਵਾਂਗੇ। ਧਰਮ ਦਾ ਅੱਜ ਸਰੂਪ ਮਹਾਰਾਜ ਬਿਆਨ ਕਰ ਰਹੇ ਨੇ। ਗੁਰਦੇਵ ਜੀਆਂ ਨੇ ਪਰਮਾਤਮਾ ਦਾ ਸਰੂਪ ਬਿਆਨ ਕੀਤਾ। ਪਰਮਾਤਮਾ ਤੂੰ ਕੈਸਾ ਹੈ। ਅੱਜ ਦੀ ਪਾਵਨ ਪਵਿੱਤਰ ਪੌੜੀ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਸ ਵਕਤ ਬਾਣੀ ਲਿਖੀ, ਪਾਵਨ ਪਵਿੱਤਰ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਲਿਖੀ। ਔਰੰਗਜ਼ੇਬ ਆਪਣਾ ਬਾਦਸ਼ਾਹ ਅਕਬਰ ਦਾ ਜਿਹੜਾ ਉਹ ਸਮਾਂ ਸੀ, ਉਹ ਪੀਰੀਅਡ, ਉਸ ਸਮੇਂ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵੇਲੇ ਸ਼ਿਕਾਇਤ ਇਸ ਗੱਲ ਨੂੰ ਲੈ ਕੇ ਹੋਈ, ਕਿਉਂਕਿ ਪਾਵਨ ਪਵਿੱਤਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਬੀੜ ਬੰਨੀ ਸਨ 1604 ਵਿੱਚ। ਅਕਬਰ ਦੀ ਮੌਤ ਹੋਈ ਸਨ 1605 ਵਿੱਚ। ਸ਼ਿਕਾਇਤ ਇਸ ਗੱਲ ਨੂੰ ਲੈ ਕੇ ਹੋਈ ਕਿ ਇਹਨਾਂ ਨਵਾਂ ਮਜ਼ਹਬ ਚਲਾਇਆ ਜਿਹਦੇ ਅੰਦਰ ਇਸਲਾਮ ਦੀਨ ਮਤ ਦੇ ਬਾਬਤ, ਦੀਨੀ ਮਤ ਦੇ ਬਾਬਤ ਇਹਨਾਂ ਨੇ ਅਪਮਾਨਜਨਕ ਸ਼ਬਦ ਲਿਖੇ ਹਨ। ਕਿਉਂਕਿ ਜਿਹੜੇ ਅਕਬਰ ਬਾਦਸ਼ਾਹ ਦੇ ਵੇਲੇ ਜਿਹੜੇ ਉਹਦੇ ਆਲੇ ਦੁਆਲੇ ਵਾਲੇ ਸਨ ਸ਼ਰਈ ਕੱਟੜ, ਉਹ ਅਕਬਰ ਦੇ ਵਿਹਾਰ ਤੋਂ ਤੰਗ ਸਨ ਵੀ ਇਹਦਾ ਕੰਮ ਠੀਕ ਨਹੀਂ, ਇਹ ਕੱਟੜਤਾਈ ਅਨੁਸਾਰ ਨਹੀਂ ਚੱਲ ਰਿਹਾ, ਵੀ ਜੋ ਜਿਸ ਢੰਗ ਨਾਲ ਚੱਲਣਾ ਚਾਹੀਦਾ ਹੈ। ਅਕਬਰ ਇਸ ਗੱਲ ਨੂੰ ਲੈ ਕੇ ਉਹਦਾ ਜੋ ਹਿਰਦਾ ਸੀ ਉਹ ਥੋੜ੍ਹਾ ਵਿਸ਼ਾਲ ਸੀ। ਉਹਨੇ ਕਿਹਾ ਵੀ ਇਹਦੇ ਇੱਦਾਂ ਦੀ ਗੱਲ ਨਹੀਂ, ਮੈਂ ਪਹਿਲਾਂ ਵੀ ਕਈ ਵਾਰ ਮਿਲਿਆ ਉਹਨਾਂ ਨੂੰ। ਖੈਰ ਸੁਨੇਹਾ ਭੇਜ ਦਿੱਤਾ ਕਿ ਮੈਂ ਸਤਿਗੁਰੂ ਜੋ ਪਾਵਨ ਪਵਿੱਤਰ ਤੁਸੀਂ ਬੀੜ, ਉਹਨਾਂ ਨੇ ਕਈ ਥਾਵਾਂ 'ਤੇ ਕਿਤਾਬ ਸ਼ਬਦ ਲਿਖਿਆ, ਆਪਣੀ ਰਸਨਾ ਸਾਥ ਨਹੀਂ ਦਿੰਦੀ ਸਤਿਗੁਰੂ ਮਹਾਰਾਜ ਜੀਆਂ ਦੇ ਬਾਬਤ ਆਪਾਂ ਇਹ ਗੱਲ ਕਹੀਏ। ਉਹਨਾਂ ਕਿਹਾ ਵੀ ਤੁਸੀਂ ਇਹ ਪਾਵਨ ਜੋ ਗ੍ਰੰਥ ਇਤਿਆਦਿਕ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਵਰੂਪ ਲਾਹੌਰ ਮੈਂ ਦਰਸ਼ਨ ਵੇਖਣਾ ਚਾਹੁੰਦਾ ਹਾਂ। ਮੈਨੂੰ ਪਤਾ ਲੱਗਾ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਤੇ ਭਾਈ ਗੁਰਦਾਸ ਸਾਹਿਬ ਜੀ ਗਏ, ਬਾਬਾ ਬੁੱਢਾ ਸਾਹਿਬ ਜੀ ਨਾਲ ਗਏ। ਮੁੱਖ ਵਾਕ ਲਿਆ ਗਿਆ ਪਾਵਨ ਪਵਿੱਤਰ ਬਾਣੀ ਵਿੱਚੋਂ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵਾ ਗੁਸਈਆਂ ਕੋਈ ਅਲਾਏ, ਕਾਰਨ ਕਰਮ ਕਰੀਮ ਕਿਰਪਾ ਤਾਰ ਰਹੀਮ। ਅਕਬਰ ਨੇ ਸੁਣਿਆ, ਕਹਿੰਦੇ ਦੱਸੋ ਗਲਤ ਕੀ ਹੈ? ਪਰਮਾਤਮਾ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਬੋਲ ਰਹੇ ਨੇ ਖੁਦਾ ਦਾ ਨਾਮ। ਯਾ ਕਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅ ਪਰਵਦਗਾਰ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਪ੍ਰਮਾਤਮਾ ਤੂੰ ਵੱਡਾ ਹੈ, ਤੇਰੇ ਵਰਗਾ ਕਬੀਰ ਕਰੀਮ ਕੋਈ ਨਹੀਂ, ਤੂੰ ਸਾਰਿਆਂ ਤੋਂ ਵੱਡਾ ਪਾਕ ਹੈ। ਕਹਿੰਦੇ ਹਾਂ ਵੀ ਉਹਨਾਂ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੱਚੀ ਗੱਲ ਕਰ ਰਹੇ ਨੇ, ਕੋਈ ਉਹਦੇ ਬਰਾਬਰ ਹੋਰ ਕੋਈ ਸ਼ਰੀਕ ਉਹਦਾ ਨਹੀਂ ਹੈ। ਮੁਸਲਮਾਨ ਵੀਰ ਵੀ ਕਿਸੇ ਹੋਰ ਨੂੰ ਨਹੀਂ ਮੰਨਦੇ। ਕਹਿੰਦੇ ਠੀਕ ਮਹਾਰਾਜ ਜੀ ਨੇ ਹੋਰ ਕੀ ਲਿਖਿਆ ਹੈ। ਇਸ ਢੰਗ ਦੇ ਨਾਲ ਜਦੋਂ ਸ਼ਰਈਆਂ ਨੇ ਜਾਂ ਕੱਟੜਤਾਈਆਂ ਨੇ ਕਿਹਾ ਵੀ ਹੋਰ ਤੁਸੀਂ ਦਰਸ਼ਨ ਕਰੋ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਹੋਰ ਜਦੋਂ ਦੀਦਾਰ ਕੀਤੇ, ਇਸੇ ਢੰਗ ਨਾਲ ਜਦੋਂ ਅਕਬਰ ਬਾਦਸ਼ਾਹ ਨੇ ਬਾਣੀ ਸੁਣੀ, ਇਤਿਹਾਸਕਾਰ ਪ੍ਰਿੰਸੀਪਲ ਸਤਬੀਰ ਸਿੰਘ 500 ਮੋਹਰਾਂ ਦੀ ਗੱਲ ਕਰਦੇ ਨੇ। ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਬਾਣੀ ਸਮਕਸ਼ ਰੱਖ ਕੇ ਮੱਥਾ ਟੇਕਿਆ, ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇੰਨਾ ਵਿਸ਼ਾਲ ਹਿਰਦਾ, ਇਤਨਾ ਵਿਸ਼ਾਲ ਹਿਰਦਾ। ਮੈਂ ਇੱਕ ਹੁਣ ਹੀ ਜੋ ਘਟਨਾ ਵਾਪਰੀ, ਵੈਸੇ ਤਾਂ ਚਲੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਵੱਡਾ ਹੈ, ਉਹਨੂੰ ਆਪਾਂ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕਹਿਣ ਦੇ ਨਾਲ ਜਾਂ ਮੇਰੇ ਕਥਾਕਾਰ ਕਹਿਣ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਹੋਰ ਵੱਡੀ ਨਹੀਂ, ਜਾਂ ਕੋਈ ਹੋਰ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਨੂੰ ਨਿਵਾਉਣਾ ਚਾਹੁੰਦਾ ਹੋਵੇ, ਉਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਛੋਟੇ ਨਹੀਂ, ਉਹ ਆਪ ਵੱਡੇ ਹਨ। ਆਹ ਜੋ ਸਮਾਂ ਚੱਲ ਰਿਹਾ ਹੈ ਇਹ ਸੰਕਟਮਈ ਸਾਰੇ ਬੰਨੇ, ਇਹਦੇ ਵਿੱਚੋਂ ਇੱਕ ਦਾ ਟ੍ਰਿਬਿਊਨ ਦੇ ਅੰਦਰ ਇੱਕ ਲੇਖ ਅਨਮਤ ਤੋਂ ਕੋਈ ਪੱਤਰਕਾਰ ਬੀਬੀ ਜੋ ਸਨਾਤਨ ਮਤ ਤੋਂ ਹੋਰ ਮਤ ਤੋਂ ਹੈ, ਜਦੋਂ ਉਹਨੇ ਸਾਰਾ ਇਹ ਵੇਖਿਆ ਚੱਲ ਰਿਹਾ ਘਟਨਾਕ੍ਰਮ ਵੇਖਿਆ ਸਾਰਾ ਕੁਛ,
ਵੀ ਜੇ ਮਹਾਮਾਰੀ ਆਈ ਤਾਂ ਗੁਰੂ ਕੇ ਸਿੱਖ ਸੇਵਾ ਨੂੰ, ਕਿਸੇ ਥਾਂ ਤੇ ਕੋਈ ਸੁਨਾਮੀ ਆਈ ਤਾਂ ਗੁਰੂ ਕੇ ਸਿੱਖ ਸੇਵਾ ਨੂੰ, ਜੇ ਕਿਤੇ ਅਰਥਕੁਇਕ ਨੇਪਾਲ ਅੰਦਰ ਆਇਆ ਤਾਂ ਗੁਰੂ ਕੇ ਸਿੱਖ ਸੇਵਾ ਨੂੰ, ਜੇ ਈਰਾਨ ਇਰਾਕ ਦੇ ਅੰਦਰ ਕੋਈ ਬੰਬਾੜ ਹੋਏ, ਬੰਬਾਰੀ ਹੋਈ ਤਾਂ ਗੁਰੂ ਕੇ ਸਿੱਖ ਉੱਥੇ ਸੇਵਾ ਨੂੰ। ਨੇ ਸਾਰਾ ਦਾ ਬੜਾ ਸਹਿਜਤਾਈ ਨਾਲ ਮੁਤਾਲਿਆ ਕੀਤਾ, ਬੜਾ ਸਹਿਜਤਾਈ ਨਾਲ ਉਹਨੇ ਦਾ ਮੁਤਾਲਿਆ ਕੀਤਾ। ਤੇ ਅਖੀਰ ਉਹਦੀ ਸਟੇਟਮੈਂਟ ਇਹੋ, ਕੋਈ ਬਹੁਤਾ ਲੰਮਾ ਸਮਾਂ ਨਹੀਂ, ਆ ਥੋੜ੍ਹੇ ਦਿਨ, ਅਖੀਰ ਹਾਰ ਕੇ ਲੱਗੀ ਕਹਿਣ, ਕਹਿੰਦੀ ਮੈਂ ਚਾਹੁੰਦੀ ਹਾਂ ਕਿ ਜਿਹੜਾ ਮੇਰਾ ਅਗਲਾ ਜਨਮ ਹੋਵੇ ਸਿੱਖ ਘਰਾਣੇ ਵਿੱਚ ਮੇਰਾ ਜਨਮ ਹੋਵੇ। ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਮੈਂ ਚਾਹੁੰਦੀ ਹਾਂ ਮੇਰਾ ਜਨਮ ਜੋ ਹੋਵੇ ਮੇਰਾ ਸਿੱਖ ਘਰਾਣੇ ਵਿੱਚ ਜਨਮ ਹੋਵੇ, ਕਿਉਂਕਿ ਜਿਤਨੀ ਵਿਸ਼ਾਲਤਾਈ ਸਤਿਗੁਰੂ ਜੀਆਂ ਦੇ ਘਰ ਦੇ ਅੰਦਰ ਹੈ, ਸਮੁੱਚੀ ਦੁਨੀਆ ਨੂੰ ਕਲਾਵੇ ਵਿੱਚ ਲੈਂਦਾ ਹੈ। ਹਾਂ, ਜੇ ਕਿਤੇ ਕੋਈ ਫਰਕ ਹੈ ਉਹ ਕਿਤੇ ਨਾ ਕਿਤੇ ਵਿਆਖਿਆ ਕਰਨ ਦੇ ਵਿੱਚ ਫਰਕ ਹੋ ਸਕਦਾ, ਵਿਆਖਿਆਕਾਰਾਂ ਵੱਲੋਂ ਜੋ ਇਹਨੂੰ ਸੰਕੀਰਣਤਾ ਵਾਲੇ ਪਾਸੇ ਲੈ ਕੇ ਆਂਦਾ ਗਿਆ ਹੈ, ਜੋ ਇਹਨੂੰ ਸੰਕੀਰਣਤਾ ਵਾਲੇ ਪਾਸੇ ਲੈ ਕੇ ਆਂਦਾ ਗਿਆ। ਸਤਿਗੁਰੂ ਜੀਆਂ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਨਾ ਅੱਜ ਉਸ ਦਾ ਸਵਰੂਪ ਬਿਆਨ ਕੀਤਾ, ਪਰਿਪੂਰਨ ਪਰਮਾਤਮਾ ਦਾ ਸਵਰੂਪ। ਕਿਵੇਂ? ਜਿਵੇਂ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨੰਨਾ ਏਕ ਤੋਹੀ। ਪਰਮਾਤਮਾ ਸਹਿਸ ਹਜ਼ਾਰ ਨੂੰ ਹਜ਼ਾਰਾਂ ਤੇਰੀਆਂ ਅੱਖਾਂ ਨੇ ਪਰ ਇੱਕ ਵੀ ਨਹੀਂ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨੰਨਾ ਏਕ ਤੋਹੀ। ਹਜ਼ਾਰਾਂ ਮੂਰਤਾਂ ਪਰ ਇੱਕ ਵੀ ਨਹੀਂ। ਵੇਖਿਆ ਗੁਰਦੇਵ ਸੱਚੇ ਪਾਤਸ਼ਾਹ ਜੀਆਂ ਨੇ, ਪਰਿਪੂਰਨ ਪਰਮਾਤਮਾ ਜੀਆਂ ਨੇ, ਕਾਦਰ ਦੀ ਕੁਦਰਤ ਤੋਂ ਪਰਮਾਤਮਾ ਆ ਜਿਤਨੇ ਸਾਜੇ ਨੇ ਕੋਈ ਵੱਖਰੇ ਨੇ, ਇਹ ਵੀ ਤਾਂ ਤੇਰੇ ਰੂਪ ਨੇ। ਆ ਜਿਤਨੀਆਂ ਹਜ਼ਾਰਾਂ ਅੱਖਾਂ ਵਿੱਚੋਂ ਵੇਖ ਰਿਹਾ ਪਰਿਪੂਰਨ ਪਰਮਾਤਮਾ, ਇਹ ਵੀ ਤਾਂ ਤੇਰਾ ਰੂਪ ਨੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਪੰਕਤੀ ਬਖਸ਼ੀ ਅੱਜ ਦੀ 47ਵੀਂ ਪੌੜੀ ਦੀ, ੜਾੜਾ ਰੂੜਾ ਹਰ ਜੀਉ ਸੋਈ। ਕਹਿੰਦੇ ਉਹਦੇ ਵਰਗਾ ੜਾੜਾ ਰੂੜਾ, ਰੂੜਾ ਕਹਿੰਦੇ ਨੇ ਸੋਹਣੇ ਨੂੰ। ਪਰਮਾਤਮਾ ਤੇਰੇ ਜੈਸਾ ਕੋਈ ਹੋਰ ਸੁੰਦਰ ਸਵਰੂਪ ਵਾਲਾ ਨਹੀਂ। ਤੇਰਾ ਨਾਮ ਰੂੜੋ, ਰੂਪ ਰੂੜੋ, ਅਤ ਰੰਗ ਰੂੜੋ ਮੇਰੋ ਰਾਮਈਆ। ਮਾਰਵਾੜ ਜੈਸੇ ਨੀਰ ਬਾਲਹਾ, ਬੇਲ ਬਾਲਾ ਕਰਹਲਾ, ਜਿਉਂ ਕੁਰੰਕ ਨਿਸਨਾਦ ਬਾਲਹਾ, ਤਿਉ ਮੇਰਾ ਮਨ ਰਾਮਈਆ। ਮਾਰਵਾੜ, ਮਾਰਵਾੜੀ ਅੰਦਰ ਜੈਸੇ ਨੀਰ ਬਾਲਹਾ, ਜਿਵੇਂ ਪਾਣੀ ਦੀ ਉੱਥੇ ਕੀਮਤ। ਮਾਰਵਾੜ ਜੈਸੇ ਨੀਰ ਬਾਲਹਾ, ਬੇਲ ਬਾਲਾ ਕਰਹਲਾ, ਜਿਉਂ ਕੁਰੰਕ ਨਿਸਨਾਦ ਬਾਲਹਾ। ਮਿਰਗ ਘੰਡੇ ਹੇੜੇ ਦੀ ਆਵਾਜ਼, ਜਿਵੇਂ ਉਹਨੂੰ ਘੰਡੇ ਹੇੜੇ ਦੀ ਆਵਾਜ਼ ਪਿਆਰੀ ਲੱਗਦੀ ਹੈ ਮਿਰਗ ਨੂੰ, ਉਹਦੀ ਆਵਾਜ਼ ਦੇ ਉੱਪਰ ਨੱਚਦਾ ਆਇਆ। ਬੇਸ਼ੱਕ ਉਹ ਸ਼ਿਕਾਰੀ ਦੇ ਜਾਲ ਵਿੱਚ ਫਸ ਗਿਆ ਤੇ ਭਗਤ ਨਾਮਦੇਵ ਸਾਹਿਬ ਲੱਗੇ ਕਹਿਣ, ਪਰਮਾਤਮਾ ਤੇਰਾ ਨਾਮ ਵੀ ਐਸਾ ਸੁੰਦਰ, ਤੇਰਾ ਨਾਮ ਵੀ ਐਸਾ ਮਨਮੋਹਣਾ, ਮਨ ਨੂੰ ਮੋਹ ਲੈਣ ਵਾਲਾ। ਤੇਰਾ ਨਾਮ ਰੂੜੋ, ਰੂਪ ਰੂੜੋ, ਅਤ ਰੰਗ ਰੂੜੋ ਮੇਰੋ ਰਾਮਈਆ। ਪਰਿਪੂਰਨ ਪਰਮਾਤਮਾ ਮੈਨੂੰ ਵੀ ਉਸੇ ਢੰਗ ਦੇ ਨਾਲ ਤੇਰੇ ਨਾਮ ਨੇ ਮੋਹ ਲਿਆ ਹੈ। ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਵੀ ਸ਼ਬਦ ਜੋ ਵਰਤਿਆ, ੜਾੜਾ ਰੂੜਾ ਹਰ ਜੀਉ ਸੋਈ, ਤਿਸ ਬਿਨ ਰਾਜਾ ਅਵਰ ਨਾ ਕੋਈ। ਮਹਾਰਾਜ ਕਹਿੰਦੇ ਉਹ ਪਰਿਪੂਰਨ ਪਰਮਾਤਮਾ ਤੇਰੇ ਤੋਂ ਬਿਨਾ ਕੋਈ ਹੋਰ ਰਾਜਾ ਨਹੀਂ। ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਪਰਮਾਤਮਾ ਤੂੰ ਰਾਜਾ ਹੈ, ਤਥਾ ਤੂੰ ਰਾਜਾ ਕਿਸ ਢੰਗ ਨਾਲ ਹੈ? ਤਿਸ ਬਿਨ ਰਾਜਾ ਅਵਰ ਨਾ ਕੋਈ। ਪਰਿਪੂਰਨ ਪਰਮਾਤਮਾ ਤੁਸੀਂ ਰਾਜੇ ਹੋ, ਤੂੰ ਰਾਜਾ ਹੈ। ਰਾਜਾ ਇਹ ਕਵੇ ਬਈ ਹਾਂ ਉਹਦਾ ਹੁਕਮ ਚੱਲਦਾ ਹੈ ਪਰਜਾ ਤੇ ਅੱਜ ਆਹ ਕਰਨਾ ਹੈ, ਆਹ ਮੇਰਾ ਲਾਅ ਹੈ, ਆਹ ਮੇਰਾ ਅੱਜ ਮੈਂ ਇਹ ਕਾਨੂੰਨ ਕਹਿ ਦਿੱਤਾ, ਇੱਦਾਂ ਮੇਰਾ ਕੰਮ ਚੱਲਣਾ ਹੈ। ਆਹ ਗੁਰਦੇਵ ਮਹਾਰਾਜ ਜੀਆਂ ਨੇ ਫਿਰ ਬਾਣੀ ਅੰਦਰ ਵੀ ਬਚਨ ਕੀਤਾ, ਜੋ ਅਸਮਾਨ ਨ ਮਾਵਨੀ ਤਿਨ ਨਕ ਨੱਥਾਂ ਪਾਏ। ਉਹ ਐਸਾ ਰਾਜਾ ਹੈ
ਜਿਹੜਾ ਸਾਰਿਆਂ ਦੇ ਸਿਰ ਦੇ ਉੱਪਰ ਸ਼੍ਰੋਮਣੀ ਸ੍ਰੇਸ਼ਟ ਰਾਜਾ ਹੈ, ਸਾਰਿਆਂ ਦੇ ਸਿਰ ਤੇ। ਕਦੇ ਜਿਹੜਾ ਹੁਣ ਕਿਉਂਕਿ ਕੁਦਰਤੀ ਜਦੋਂ ਆਪਾਂ ਜਿੱਥੇ ਵਿਚਰਨੇ ਹਾਂ ਆਪਾਂ ਉਹ ਉਦਾਹਰਣ ਦਿੰਦੇ ਹਾਂ ਗੱਲ ਨੂੰ ਸਮਝਣ ਵਾਸਤੇ। ਮੰਨ ਲਓ ਅੱਜ ਤੋਂ ਪਹਿਲਾਂ ਜੇ ਜਿਸ ਢੰਗ ਨਾਲ ਕੋਈ ਮਹੀਨਾ 2-4 ਮਹੀਨੇ ਪਹਿਲਾਂ ਮੰਨ ਲਓ ਜੇ ਕੋਈ ਕਹਿ ਦਿੰਦਾ ਵੀ ਐਸਾ ਸਮਾਂ ਆਏਗਾ, ਮਈ ਜੂਨ 'ਚ ਐਸਾ ਸਮਾਂ ਆਏਗਾ, ਕਈ ਦੇਸ਼ ਇਸ ਭਿਅੰਕਰ ਸਮੇਂ ਅੰਦਰ ਸਾਰੇ ਬੰਦ ਹੋ ਜਾਣਗੇ, ਕਿਸੇ ਨੇ ਮੰਨਣਾ ਸੀ ਇਸ ਗੱਲ ਨੂੰ? ਨਹੀਂ। ਉਹ ਰਾਜਾ ਐਸਾ ਹੈ ਜਿਹਦੇ ਹੁਕਮ ਦੇ ਅਨੁਸਾਰ ਹੀ ਇਹ ਸਾਰਾ ਕੁਝ ਚੱਲਦਾ ਹੈ, ਜਿਸ ਦੇ ਹੁਕਮ ਤੋਂ ਬਾਹਰ ਕੁਝ ਨਹੀਂ। ਰਾੜਾ ਰੂੜਾ ਹਰ ਜਿਉ ਸੋਈ ਤਿਸ ਬਿਨ ਰਾਜਾ ਅਵਰ ਨਾ ਕੋਈ। ਗੁਰਦੇਵ ਜੀ ਨੇ ਸ਼ਬਦ ਕਹੇ, परिपूर्ण परमात्मा राजन मैं तू राजा कही है। भूमण मैं भूमा ठाकुर मैं ठकुराई तेरी। कोमण सिर कोमा पिता मेरो बड़ो धनी अगमा। उस्तत कवन करीजै करते पेख रहे बिस्मा। सत्कारयोग भगत ਧਰੂ ਸਾਹਿਬ जी ਦੀਆਂ ਜਦੋਂ ਘਟਨਾਵਾਂ ਪੜ੍ਹਨੇ ਆ ਬਾਣੀ ਵਿੱਚੋਂ, ਭਗਤ ਧਰੂ ਜੀ ਦੇ ਬਾਬਤ ਜਿਵੇਂ ਹੁਣ ਆਪਾਂ ਸੋਦਰ ਸ਼ੁਰੂ ਕੀਤੀ, ਸ਼ਬਦ ਪੜ੍ਹਿਆ ਨਾ, ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾਰ ਸੇਵਿਆਂ ਤਲੇ ਛਡਾਇਆ। ਉਹ ਐਸਾ ਰਾਜਾ ਹੈ ਜਿਹੜਾ ਆਪਣਿਆਂ ਦੀ ਪ੍ਰਤਪਾਲਣਾ ਵੀ ਕਰਦਾ ਆਇਆ ਹੈ। ਮੈਂ ਸ਼ਬਦ ਤਾਂ ਕਈ ਸ਼ਬਦ ਆਉਂਦਾ ਹੈ ਬਾਬਾ ਕਬੀਰ ਸਾਹਿਬ ਜੀ ਦਾ, ਪਰਿਪੂਰਨ ਪਰਮਾਤਮਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। 13 ਜਨ ਹੋਏ ਸੋ ਕਤੈ ਨਾ ਡੋਲੈ। 3 ਭਵਨ ਪਰ ਛਾਜਾ। ਹਾਥ ਪਸਾਰ ਸਕੈ ਕੋ ਜਨ ਕੋ ਬੋਲ ਸਕੈ ਨਾ ਦਾਜਾ। ਮਹਾਰਾਜ ਪਰਿਪੂਰਨ ਪਰਮਾਤਮਾ ਤੇਰੇ ਸੇਵਕ ਦੇ ਉੱਪਰ ਹੱਥ ਚੁੱਕਣਾ ਦੂਰ ਦੀ ਗੱਲ, ਗਲਤ ਬੋਲ ਵੀ ਨਹੀਂ ਸਕਦੇ। ਸੰਨ 1915 ਦੇ ਅੰਦਰ ਜਾਰਜ ਪੰਚਮ ਉਹ ਇੰਡੀਆ ਗਿਆ ਕਿਉਂਕਿ ਬ੍ਰਿਟਿਸ਼ ਰਾਜ ਸੀ, ਅਤੇ ਉੱਥੋਂ ਦਿਆਂ ਨੇ ਸਾਰਾ ਇੰਡੀਆ ਬਾਬਤ ਜਾਣੀ ਕਿ ਵਿਖਾਉਣ ਵਾਸਤੇ ਲੋਕਾਂ ਦਾ, ਅਤੇ ਜਾਰਜ ਪੰਚਮ ਨੂੰ ਦਿੱਲੀ ਦੇ ਅੰਦਰ ਇੱਕ ਬੜਾ ਤਕੜਾ ਕੋਈ ਇਸੇ ਢੰਗ ਨਾਲ ਵੱਖ-ਵੱਖ ਧਰਮਾਂ ਦਾ ਜੋ ਸੀ ਸੰਮੇਲਨ ਇਤਿਆਦਿਕ ਕਰਵਾਇਆ ਗਿਆ। ਅਤੇ ਸਿੱਖ ਸਮਾਜ ਦੇ ਵੱਲੋਂ ਉਸ ਵਕਤ ਵੀ ਇੱਕ ਪਾਵਨ, ਜਿਵੇਂ ਆਪਾਂ ਜਲਸਾ ਸ਼ਬਦ ਵਰਤ ਲਈਏ, ਉਹ ਕੱਢਿਆ ਗਿਆ। ਅਤੇ ਇੱਕ ਸੁੰਦਰ ਹਾਥੀ ਨੂੰ ਭਾਵ ਚੰਗੀ ਸ਼ਿੰਗਾਰ ਕੇ ਉਹਦੇ ਉੱਪਰ ਉਹਦੇ ਅੰਦਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪਾਵਨ ਪਵਿੱਤਰ ਬਾਣੀ ਨਗਰ ਕੀਰਤਨ ਦਾ ਇੱਕ ਜਿਵੇਂ ਰੂਪ ਹੋਵੇ। ਕਹਿੰਦੇ ਵੀ ਤਾਬਿਆ ਕੌਣ ਹੋਵੇ? ਉਸ ਵਕਤ ਸਨਮਾਨਯੋਗ ਹਸਤੀ ਸਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਸਨਮਾਨਯੋਗ ਸਨ ਉਸ ਵਕਤ। ਭਈ ਭਾਵ ਸਮੁੱਚੇ ਜਗਤ ਦੇ ਅੰਦਰ ਬੜਾ ਸਨਮਾਨ ਸੀ। ਕਿਹਾ ਗਿਆ ਵੀ ਸਤਿਗੁਰੂ ਜੀ ਕੀ ਤਾਬਿਆ ਤੇ ਉਹ ਹੋਣ, ਰੱਬੀ ਰੰਗ ਦੇ ਅੰਦਰ ਰੱਤੇ ਹੋਏ ਨੇ। ਕੋਈ ਐਸਾ ਹੈ ਵੀ ਜਿਨ੍ਹਾਂ ਦੀ ਪੰਥ ਗੱਲ ਮੋੜਦਾ ਨਹੀਂ, ਜਿਨ੍ਹਾਂ ਦੇ ਕਹੇ ਹੋਏ ਤੇ ਪੰਥ ਇੱਕ ਥਾਂ ਇੱਕ ਝੰਡੇ ਦੇ ਹੇਠ ਆ ਜਾਂਦਾ ਹੈ। ਸੋ ਉਹਨਾਂ ਦੀ ਡਿਊਟੀ ਲਾਈ ਸ਼ਾਇਦ ਜੀਂਦ ਰਿਆਸਤ, ਜਾਂ ਕਿਉਂਕਿ ਮਸਤੂਆਣਾ ਰਿਆਸਤ ਜੋ ਸੰਗਰੂਰ ਰਿਆਸਤ ਦੇ ਅੰਡਰ ਸੀ, ਉਹਨਾਂ ਦੀ ਇਹ ਡਿਊਟੀ ਲਾਈ ਕਿ ਤੁਸੀਂ ਉਹਨਾਂ ਨੂੰ ਲੈ ਕੇ ਪਹੁੰਚਣਾ ਦਿੱਲੀ। ਖੈਰ, ਜਿੱਥੇ ਮੈਂ ਪਹੁੰਚਣਾ ਵਿਚਾਰ ਦਾ ਨੁਕਤਾ ਕਹਿਣਾ ਚਾਹੁੰਦਾ ਹਾਂ, ਜਦੋਂ ਤਾਬਿਆਂ 'ਤੇ ਬੈਠੇ, ਕਹਿੰਦੇ ਅੱਖਾਂ ਉਹਨਾਂ ਦੀਆਂ ਬੰਦ ਨੇ, ਸੰਗਤਾਂ ਜਾ ਰਹੀਆਂ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ। ਸਤਿਗੁਰੂ ਜੀ ਕੀ ਤਾਬਿਆਂ 'ਤੇ ਬੈਠੇ ਹੋਏ ਨੇ, ਚੌਰ ਸਾਹਿਬ ਦੀ ਸੇਵਾ ਆਪ ਇਹ ਕਰ ਰਹੇ ਨੇ ਸੰਤ ਅਤਰ ਸਿੰਘ ਜੀ। ਜਦੋਂ ਜਾਰਜ ਪੰਚਮ ਜਿਸ ਥਾਂ 'ਤੇ ਪਹੁੰਚੇ, ਉੱਥੇ ਸੰਤ ਜੀ ਬੈਠੇ ਬੈਠੇ ਤਾਬਿਆਂ 'ਤੇ ਉੱਚੀ ਆਵਾਜ਼ ਵਿੱਚ ਇਹਨਾਂ ਨੇ ਪੜ੍ਹਨਾ ਸ਼ੁਰੂ ਕੀਤਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਕੋਊ ਹਰ ਸਮਾਨ ਨਹੀਂ ਰਾਜਾ, ਕੋਈ ਵੀ ਹਰੀ ਸਮਾਨ ਉਸ ਰਾਜੇ ਜੈਸਾ ਹੋਰ ਕੋਈ ਰਾਜਾ ਨਹੀਂ। ਕੋਊ ਹਰ ਸਮਾਨ ਨਹੀਂ ਰਾਜਾ। ਇਹ ਭੂਪਤ, ਇਹ ਰਾਜੇ
ਇਹ ਭੂਪਤ ਸਭ ਦਿਵਸ ਚਾਰ ਕੇ, ਤਾਂ 4 ਕੁ ਦਿਨਾਂ ਦੇ ਪ੍ਰਾਹੁਣੇ ਨੇ। ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਵਾਜਾ। ਤਥਾ ਇਹ ਜਿਤਨਾ ਵੀ ਹੈ ਨਾ, ਇਹ ਥੋੜੇ ਸਮੇਂ ਦਾ ਹੈ, ਕੋਈ ਸਦੀਵੀ ਨਹੀਂ। ਤੇ ਮਹਾਰਾਜ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਤਿਸ ਬਿਨ ਰਾਜਾ ਅਵਰ ਨਾ ਕੋਈ। ਉਹਦੇ ਤੋਂ ਬਿਨਾ ਕੋਈ ਹੋਰ ਸਦੀਵੀ ਰਾਜਾ ਨਹੀਂ। ਹੜਾੜੈ ਗਾਰੜ ਤੁਮ ਸੁਣੋ, ਹਰ ਵਸੈ ਮਨ ਮਾਹੇ। ਹੇ ਭਾਈ, ਨਾਮ ਰੂਪੀ ਜਿਹੜਾ ਗਾਰੜੀ ਮੰਤਰ ਹੈ, ਉਹਨੂੰ ਤੁਸੀਂ ਸੁਣੋ, ਉਹਨੂੰ ਆਪਣੇ ਭਾਈ ਹਿਰਦੇ ਅੰਦਰ ਵਸਾਉਣਾ ਕਰੋ। ਗੁਰ ਪ੍ਰਸਾਦੀ ਹਰ ਪਾਈਐ, ਮਤ ਕੋ ਪਰਮ ਭੁਲਾਏ। ਤੇ ਸਦੀਵੀ ਉਹ ਹਿਰਦੇ ਅੰਦਰ ਜਦੋਂ ਨਾਮ ਰੂਪੀ ਗਾਰੜੀ ਮੰਤਰ ਵਸ ਗਿਆ, ਗੁਰੂ ਦੀ ਕਿਰਪਾ ਨਾਲ ਹਰੀ ਪਾਈਏ। ਗੁਰ ਪ੍ਰਸਾਦੀ ਹਰ ਪਾਈਐ, ਮਤ ਕੋ ਭਰਮ ਭੁਲਾਏ। ਮਤਾ ਕੋਈ ਜੀਵ ਕਿਸੇ ਭਰਮ ਭੁਲੇਖੇ ਅੰਦਰ ਪਿਆ ਰਹੇ। ਸੋ ਸ਼ਾਹੋ ਸਾਚਾ ਜਿਸ ਹਰ ਤਨ ਰਾਸ। ਉਹ ਸ਼ਾਹ ਸੱਚਾ ਹੈ, ਉਹ ਸ਼ਾਹ ਸਦੀਵੀ ਹੈ। ਕਿਹੜਾ ਸ਼ਾਹ ਸੱਚਾ ਹੈ? ਉਹ ਗੁਰੂ ਸ਼ਾਹ ਸੱਚਾ ਕਿਹੜਾ? ਜਿਸ ਹਰ ਤਨ ਰਾਸ, ਜਿਨੇ ਹਰੀ ਰੂਪੀ ਨਾਮ ਧਨ ਦੀ ਰਾਸ, ਜਿਨੇ ਲੋਕਾਈ ਨੂੰ ਵੰਡੀ ਹੈ। ਸੋ ਸਾਹੋ ਸਾਚਾ ਜਿਸ ਹਰ ਧਨ ਰਾਸ। ਹਰੀ ਦੀ ਨਾਮ ਰੂਪੀ ਧਨ ਦੀ ਜਿਹੜੀ ਰਾਸ ਪੂੰਜੀ ਲੋਕਾਈ ਨੂੰ ਜਿਨੇ ਭਾਵ ਵੰਡੀ ਹੈ। ਗੁਰਮੁਖ ਪੂਰਾ ਤਿਸ ਸ਼ਾਬਾਸ਼। ਤੇ ਗੁਰੂ ਦੇ ਰਾਹੀਂ ਜਿਨ੍ਹਾਂ ਨੇ ਭਾਵੋ ਵਸਤ ਵਿਹਾਜੀ ਹੈ, ਉਹ ਵੀ ਧਨਤਾ ਯੋਗ ਹਨ, ਉਹ ਵੀ ਧਨਤਾ ਯੋਗ ਹਨ, ਜਿਨ੍ਹਾਂ ਨੇ ਭਾਈ ਜੀਵਨ ਦੇ ਅੰਦਰ ਉਸ ਨਾਮ ਰੂਪੀ ਧਨ ਨੂੰ ਵਿਹਾਜਿਆ ਹੈ। ਇਹ ਤਾਂ ਆਪਣਾ ਹੈ ਨਾ। ਕਿਸੇ ਮਨੁੱਖ ਨੂੰ ਸਮਾਜ ਦੇ ਅੰਦਰ ਕਹਿਣਾ ਵੀ ਫਲਾਣਾ ਸਿਉਂ ਬੜਾ ਸਕਸੈਸ ਪਰਸਨ ਹੈ, ਉਹਨੇ ਬਹੁਤ ਜੀਵਨ ਅੰਦਰ ਸਫਲਤਾ ਹਾਸਲ ਕੀਤੀ ਹੈ, ਉਹਨੇ ਜੀਵਨ ਅੰਦਰ ਬੜੀਆਂ ਨਾਮਣਾ ਉਹਨੇ ਕਮਾਇਆ ਹੈ। ਇਹ ਤਾਂ ਆਪਣਾ ਹੈ ਨਾ। ਆਪਾਂ ਵੇਖਦੇ ਹਾਂ ਨਾ ਵੀ ਫਲਾਣਾ ਬੰਦਾ ਬਈ ਉਹ ਇੰਨੇ ਦਾ ਮਾਲਕ ਹੈ, ਉਹਦੇ ਕੋਲ ਇੰਨਾ ਕੁਛ ਹੈ, ਭੋਏ ਭਾਂਡਾ ਜਾਇਦਾਦ ਇੰਨਾ ਹੈ, ਤੇ ਆਪਾਂ ਉਹਨੂੰ ਉਸੇ ਢੰਗ ਦੇ ਨਾਲ ਉਹਨੂੰ ਸਨਮਾਨ ਦਿੰਦੇ ਹਾਂ। ਪਰ ਉਹ ਬਣਾਇਆ ਕਿਸ ਤਰ੍ਹਾਂ ਹੈ, ਇਹ ਜਾਣਦੇ ਹੋਏ ਵੀ ਆਪਾਂ ਚੁੱਪ ਹੁੰਦੇ ਹਾਂ। ਭਾਈ ਉਹਦੀ ਪੂੰਜੀ ਦਾ ਜੋ ਉਹਨੇ ਪੂੰਜੀ ਬਣਾਈ, ਜਾਂ ਉਹਨੇ ਕੀ ਕੀਤਾ ਸਮਾਜ ਅੰਦਰ, ਉਹਨੇ ਜੋ ਵੀ ਕਰਮ ਧਰਮ ਕੀਤਾ, ਉਹਨੂੰ ਜਾਣਦੇ ਵੀ ਆਪਾਂ ਚੁੱਪ ਹੁੰਦੇ ਹਾਂ। ਪਰ ਜੋ ਪੈਰਾਮੀਟਰ ਆਪਾਂ ਲਾਉਂਦੇ ਹਾਂ ਵੀ ਹਾਂ ਇਹ ਬੰਦਾ ਬੜਾ ਸਨਮਾਨਯੋਗ ਹੈ, ਵੀ ਕਿਉਂ ਸਨਮਾਨਯੋਗ ਹੈ? ਭਾਈ ਉਹਨੇ ਜਿਸ ਢੰਗ ਦੇ ਨਾਲ ਉਹਨੇ ਪੂੰਜੀ ਇਕੱਠੀ ਕਰ ਲਈ। ਪਰ ਸਤਿਗੁਰੂ ਜੀ ਇੱਕ ਬਾਣੀ ਅੰਦਰ ਬੜਾ ਪਿਆਰਾ ਬਚਨ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਇੱਕ ਬੰਦਾ ਸੀ, ਉਹਦੇ ਕੋਲ ਝੌਂਪੜੀ, ਉਹ ਵੀ ਟੁੱਟ ਗਈ। ਰਾਜਾ ਕੌਣ ਹੈ? ਕੌਣ ਹੈ ਜੀਵਨ ਵਿੱਚ ਸਕਸੈਸ ਪਰਸਨ? ਕਿਹੜਾ ਹੈ? ਮਹਾਰਾਜ ਕਹਿੰਦੇ ਕੋਈ ਬੰਦਾ, ਉਹਦੇ ਕੋਲ ਜਿਹੜੀ ਛੰਨ ਸੀ ਉਹ ਵੀ ਟੁੱਟ ਗਈ, ਜਿਹੜੇ ਤਨ ਤੇ ਕੱਪੜੇ ਸਨ ਲੀੜੇ ਉਹ ਵੀ ਪਾਟ ਗਏ। ਤੇ ਕੁਦਰਤੀ ਹੈ ਜਿਹੜਾ ਐਵੇਂ ਦਾ ਬੰਦਾ ਹੋਵੇ, ਉਹਦੇ ਦੋਸਤ ਮਿੱਤਰ ਕਿੰਨੇ ਕੁ ਹੋਣਗੇ। ਦੋਸਤ ਮਿੱਤਰ ਵੀ ਚੜ੍ਹਦੇ ਨੂੰ ਸੂਰਜ ਨੂੰ ਹੀ ਸਾਰੇ ਸਲਾਮ ਕਰਦੇ ਨੇ, ਨਿਮਦੇ ਨੂੰ ਤਾਂ ਕਦੇ ਕਿਸੇ ਨੇ ਸਲਾਮ ਕੀਤੀ ਨਹੀਂ। ਕੋਈ ਉਹਦੇ ਕੋਲ ਬਹੁਤਾਤ ਵਿੱਚ ਕੋਈ ਉਹਦਾ ਮਿੱਤਰ ਨਹੀਂ। ਮਹਾਰਾਜ ਗੁਰਦੇਵ ਸੱਚੇ ਪਾਤਸ਼ਾਹ ਜੈਤਸਰੀ ਕੀ ਵਾਰ ਵਿੱਚ ਇਹ ਸ਼ਬਦ ਕਹਿ ਰਹੇ ਨੇ। ਮਹਾਰਾਜ ਕਹਿੰਦੇ ਉਹਦਾ ਕੋਈ ਦੋਸਤ ਮਿੱਤਰ ਵੀ ਨਹੀਂ, ਕੋਈ ਉਹਦਾ ਸਨਮਾਨ ਨਹੀਂ, ਕੋਈ ਉਹਦੇ ਕੋਲ ਮਿਲ ਨਹੀਂ ਜਾਂਦਾ। ਜਿਹੜੀ ਸਿਰ ਦੇ ਉੱਪਰ ਕੁੱਲੀ ਪਾਈ ਸੀ ਮਸਾਂ ਕੋਈ ਜੋੜ ਕੇ, ਉਹ ਵੀ ਟੁੱਟ ਗਈ। ਜੰਗਲਾਂ ਵਿੱਚ ਭਟਕ ਰਿਹਾ ਹੈ, ਪਰੰਤੂ ਕਹਿੰਦੇ ਉਹਦੇ ਕੋਲ ਇੱਕ ਚੀਜ਼ ਸੀ ਜੋ ਸਮਾਜ ਕੋਲ ਨਹੀਂ ਸੀ। ਉਹ ਕੀ ਸੀ? ਮਹਾਰਾਜ ਕਹਿੰਦੇ ਉਹਦੇ ਕੋਲ ਹਰੀ ਦਾ ਨਾਮ ਸੀ। ਬਾਦਸ਼ਾਹ ਸੀ ਉਹ ਬਾਦਸ਼ਾਹ ਐਸਾ ਸੀ, ਆਪ ਜੀਆਂ ਨੇ ਦਰਸ਼ਨ ਕਰ ਲੈਣੇ। ਬਸਤਾ ਤੁੰਟੀ ਚੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ। ਜੰਗਲਾਂ ਵਿੱਚ ਭਟਕ ਰਿਹਾ, ਮਿੱਤਰ ਨਾ ਇਠ ਤਨ ਰੂਪਹੀਨ, ਕਿਛ ਸਾਕ ਨਾ ਸਿੰਨਾ। ਨਾ ਉਹਦਾ ਕੋਈ ਸਾਕ ਸੈਣ, ਸਾਕ ਸੈਣ ਵੀ ਪੈਸਿਆਂ ਦੇ ਨੇ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਕਿਸੇ ਆਦਮੀ ਦੇ ਕੋਲ ਭਾਵ ਜੇ ਕੋਈ ਪੈਸਾ ਹੈ, ਜਿਵੇਂ ਮੁਹਾਵਰੇ ਵੀ ਦੁਨਿਆਵੀ ਰੰਗ ਨੂੰ ਵੇਖ ਕੇ ਮੁਹਾਵਰੇ ਬਣਦੇ ਨੇ ਨਾ।
ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾਮ। ਕੋਈ ਬੰਦਾ ਸੀ ਮਾਇਆ ਨਹੀਂ ਸੀ, ਉਹਨੂੰ ਸਾਰੇ ਉਹਦੇ ਨਾਮ ਨੂੰ ਵਿਗਾੜ ਕੇ ਲੈਂਦੇ। ਹੁਣ ਪਿੰਡ ਵਿੱਚ ਆਪਾਂ ਵੇਖਦੇ ਹੀ ਹਾਂ, ਨਾ ਕੋਲ ਪੈਸਾ ਹੋਵੇ ਤੇ ਫਿਰ ਕਿਹੜਾ ਉਹਦੇ ਨਾਮ ਨਾਲ ਜੀ ਸ਼ਬਦ ਜੋੜਦਾ, ਉਹਨੂੰ ਕਹਿੰਦੇ ਸਾਰੇ ਪਰਸੂ। ਪਰਸੂ ਕੀ ਹਾਲ ਹੈ ਤੇਰਾ ਪਰਸੂ? ਥੋੜ੍ਹੇ ਜਿਹੇ 4 ਪੈਸੇ ਵੱਧ ਆਏ, ਲੋਕਾਂ ਕਿਹਾ ਪਰਸਾ ਕਹਿਣਾ ਸ਼ੁਰੂ ਕਰ ਦਿੱਤਾ ਵੀ ਹੁਣ ਸਨਮਾਨ ਇਹਦੇ ਕੋਲ ਨਾ ਪਰਸਾ। ਤੇ ਜਿੱਦਣ ਉਹਦੇ ਕੋਲ ਹੋਰ 4 ਪੈਸੇ ਜੁੜ ਗਏ, ਪਿੰਡ ਦਾ ਥੋੜਾ ਚੌਧਰੀ ਬਣ ਗਿਆ, ਸਨਮਾਨਯੋਗ ਉਹਦੀ ਹਸਤੀ ਹੋ ਗਈ। ਹੋਰ ਜੀ ਪਰਸਾ ਜੀ, ਪਰਸੂ ਪਰਸਾ ਪਰਸਰਾਮ। ਤੇ ਕਹਿੰਦੇ ਫਿਰ ਉਹ ਬਣ ਗਿਆ ਪਰਸਰਾਮ ਜੀ। ਉਹ ਪਰਸੂ ਸੀ ਤੇ ਉਹੀ ਪਰਸਾਰਾਮ ਬਣ ਗਿਆ। ਕਿਉਂ? ਮਾਇਆ ਨੇ ਬਣਾਤਾ ਨਾ ਦੁਨਿਆਵੀ ਨਜ਼ਰਾਂ ਵਿੱਚ, ਪਰ ਮਹਾਰਾਜ ਜੀ ਦੀ ਨਜ਼ਰ ਵਿੱਚ ਐਸਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਲੱਖ ਭਾਵੇਂ ਸੋਹਣਾ ਹੋਵੇਂ, ਬੜੀ ਸੋਹਣੀ ਕਥਾ ਕਰ ਲੈਂਦਾ ਹੋਵੇਂ, ਤੂੰ ਬੜਾ ਸੋਹਣਾ ਬੋਲ ਲੈਂਦਾ ਹੋਵੇਂ, ਤੇ ਗੁਰਦੇਵ ਜੀਆਂ ਦਾ ਪਾਵਨ ਪਵਿੱਤਰ ਬਚਨ ਆਪਾਂ ਦਰਸ਼ਨ ਕਰਨੇ ਹਾਂ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ, ਮਿਰਤਕ ਕਈਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮਹਾਰਾਜ ਕਹਿੰਦੇ ਜਿਉਂਦੇ ਜੀ ਮੋਇਆ ਹੈ। ਸੋ ਗੁਰਦੇਵ ਜੀਆਂ ਦੇ ਅਨੁਸਾਰ ਗੁਰਮੁਖ ਪੂਰਾ ਤਿਸ ਸਾਬਾਸ ਪਾਈ, ਉਹ ਸਾਬਾਸ ਹਾਸਲ ਕਰਦੇ ਨੇ। ਕਿਹੜੇ ਹਾਸਲ ਕਰਦੇ ਨੇ? ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦੇ ਕੋਲ ਨਾਮ ਹੈ। ਜੇ ਗੁਰਦੇਵ ਜੀਆਂ ਨੇ ਕੋਠੀ ਬਖਸ਼ੀ ਕੀਤੀ ਹੈ ਨਾ ਭਾਈ, ਸਤਿਗੁਰੂ ਜੀ ਦੀ ਨਜ਼ਰੇ ਅਨਾਇਤ ਨਾਲ, ਮਹਾਰਾਜ ਜੀਆਂ ਦੀ ਕਿਰਪਾ ਨਾਲ ਦੇਸ਼ ਵਿਦੇਸ਼ਾਂ ਵਿੱਚ ਮਹਾਰਾਜ ਜੀਆਂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਨਾਲ ਸੈਟਲ ਹਾਂ। ਸਵੇਰ ਸ਼ਾਮ ਦਾ ਸਮਾਂ ਕੱਢ ਕੇ ਉਹਦਾ ਸ਼ੁਕਰਾਨਾ ਵੀ ਕਰੀਏ। ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਘਰਾਂ ਵਿੱਚ ਪਾਵਨ ਪਵਿੱਤਰ ਬਾਣੀ ਆਪਾਂ ਪੜ੍ਹੀਏ। ਮੈਂ ਨਹੀਂ ਕਹਿ ਰਿਹਾ ਤੁਸੀਂ ਪੜ੍ਹੋ, ਮੈਂ ਵਿੱਚ ਹੀ ਹਾਂ। ਆਪਾਂ ਪੜ੍ਹੀਏ ਪਾਵਨ ਪਵਿੱਤਰ ਬਾਣੀ। ਰੂੜੀ ਬਾਣੀ ਹਰ ਪਾਇਆ, ਗੁਰ ਸ਼ਬਦੀ ਵਿਚਾਰ। ਰੂੜੀ ਬਾਣੀ ਇਹ ਸੁੰਦਰ ਗੁਰੂ ਕੀ ਪਾਵਨ ਪਵਿੱਤਰ ਬਾਣੀ ਦੇ ਰਾਹੀਂ ਹਰੀ ਪਾਇਆ, ਗੁਰੂ ਦੀ ਸ਼ਬਦ ਵਿਚਾਰ, ਗੁਰ ਸ਼ਬਦ ਵਿਚਾਰ ਰਾਹੀਂ ਇਸ ਪਾਵਨ ਪਵਿੱਤਰ ਬਾਣੀ ਦੇ ਨਾਲ ਸਨੇਹ ਬਣਿਆ। ਰੂੜੀ ਬਾਣੀ ਹਰ ਪਾਇਆ, ਇਸ ਬਾਣੀ ਦੇ ਰਾਹੀਂ ਗੁਰੂ ਦੀ ਦਿੱਤੀ ਵਿਚਾਰ ਦੇ ਰਾਹੀਂ ਹਰੀ ਦੇ ਨਾਲ ਸਾਂਝ ਪੈ ਗਈ। ਟੁੱਟਿਆ ਹੋਇਆਂ ਨੂੰ ਪਾਵਨ ਪਵਿੱਤਰ ਗੁਰੂ ਕੀ ਪਾਵਨ ਪਵਿੱਤਰ ਬਾਣੀ ਨੇ ਜੋੜ ਦਿੱਤਾ। ਕਿਵੇਂ? ਰੂੜੀ ਬਾਣੀ ਹਰ ਪਾਇਆ, ਗੁਰ ਸ਼ਬਦੀ ਵਿਚਾਰ, ਗੁਰੂ ਦੀ ਸ਼ਬਦ ਵਿਚਾਰ ਦੇ ਰਾਹੀਂ। ਆਪ ਗਿਆ ਦੁੱਖ ਕੱਟਿਆ, ਹਰ ਵਰ ਪਾਇਆ ਨਾਰ। ਆਪ ਗਿਆ, ਉਹਨਾਂ ਨੇ ਆਪਣਾ ਆਪ ਗਵਾ ਦਿੱਤਾ, ਭਾਵ ਹਉਮੈ ਗਈ, ਦੁੱਖ ਕੱਟਿਆ। ਜਿਤਨਾ ਸੀ ਪਾਈ ਸਾਰੇ ਦੁੱਖ ਤਿਆਦ ਕੱਟੇ ਗਏ। ਤੇ ਉਸ ਨਾਰ ਨੇ ਹਰੀ ਪਰਿਪੂਰਨ ਪਰਮਾਤਮਾ ਨੂੰ ਪ੍ਰਾਪਤੀ ਪਾਈ, ਉਸਨੇ ਕਰ ਲਈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਬਾਰਕ ਪੌੜੀ ਦੀ ਸਾਧ ਸੰਗਤ ਜੀਓ, ਆਪ ਸਾਧ ਸੰਗਤ ਜੀਆਂ ਦੇ ਨਾਲ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਕੀਤੀ ਹੈ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ। ਅੱਜ 47ਵੀਂ ਪੌੜੀ ਦੀ ਵਿਚਾਰ ਸੰਪੰਨ ਹੋਈ। ਫਤਿਹ ਪ੍ਰਵਾਨੋ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।